ਦੋਸਤੋ ਅਮਰੀਕਾ ਤੋਂ ਅੱਜ 3 ਖਬਰਾਂ ਨੇ ਇਮੀਗ੍ਰੈਂਟਸ ਵਾਸਤੇ। ਅੱਜ 28 ਮਈ ਹੈ 2026 ਹੈ, ਜੁਮੇਰਾਤ ਦਾ ਦਿਨ ਨੇ। ਤਿੰਨੇ ਹੀ ਖਬਰਾਂ ਬਹੁਤ ਇੰਪੋਰਟੈਂਟ ਨੇ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਤੇ ਪਹਿਲੀ ਖਬਰ ਹੈ ਵੇ ਕਿ ਜਿਹੜਾ ਐਡਜਸਟਮੈਂਟ ਆਫ ਸਟੇਟਸ ਦਾ ਨਵਾਂ ਮੈਮੋ ਆਇਆ, ਨਵੀਂ ਗਾਈਡਲਾਈਨ ਆਈ ਹੈ, ਉਹਦੇ ਮੁਤਾਬਕ ਇੰਟਰਵਿਊ ਦੇ ਵਿੱਚ ਐਡਜਸਟਮੈਂਟ ਆਫ ਸਟੇਟਸ ਦੇ 3 ਨਵੇਂ ਸਵਾਲ ਹੋ ਰਹੇ ਨੇ। ਇਹ ਗੱਲ ਰਿਪੋਰਟ ਕੀਤੀ ਗਈ ਹੈ ਮੰਗਲ ਵਾਲੇ ਦਿਨ, ਟਿਊਜ਼ਡੇ ਵਾਲੇ ਦਿਨ ਜਿਹੜੇ ਇੰਟਰਵਿਊ ਹੋਏ ਨੇ ਉਹਨਾਂ ਤੋਂ ਬਾਅਦ ਕੁਝ ਵਕੀਲਾਂ ਨੇ ਮੀਡੀਆ ਦੇ ਉੱਤੇ ਇਹਨੂੰ ਰਿਪੋਰਟ ਕੀਤਾ। ਮੀਡੀਆ ਦੇ ਉੱਤੇ ਮੁਖਤਲਿਫ ਮੀਡੀਆ ਦੇ ਜਿਹੜੇ ਅਦਾਰੇ ਨੇ ਉਹ ਇਹਨੂੰ ਰਿਪੋਰਟ ਕਰ ਰਹੇ ਨੇ, ਰੈਫਰੈਂਸ ਦੇ ਰਹੇ ਨੇ ਵਕੀਲਾਂ ਦਾ। ਵਕੀਲਾਂ ਦੇ ਕੇਸ ਸਨ, ਉਹਨਾਂ ਦੇ ਕਲਾਇੰਟ ਇੰਟਰਵਿਊ ਵਾਸਤੇ ਗਏ ਔਰ ਉੱਥੇ ਉਹਨਾਂ ਨਾਲ ਜਿਹੜੇ 3 ਸਵਾਲ ਹੋਏ ਨੇ ਉਹਨਾਂ ਨੇ ਫਿਰ ਮੀਡੀਆ ਨਾਲ ਸ਼ੇਅਰ ਕੀਤੇ ਨੇ। ਮੁਖਤਲਿਫ ਵਕੀਲਾਂ ਦੇ ਮੁਖਤਲਿਫ ਬਿਆਨ ਵੀ ਆਏ ਨੇ। ਉਹ ਸਾਰਾ ਕੁਝ ਮੈਂ ਤੁਹਾਨੂੰ ਇਸ ਖਬਰ 'ਚ ਦੱਸਾਂਗਾ। ਪਹਿਲੇ ਮੈਂ ਤੁਹਾਨੂੰ ਉਹ 3 ਸਵਾਲ ਦੱਸਾਂਗਾ ਜਿਹੜੇ ਵਕੀਲ ਇਸ ਟਾਈਮ ਮੀਡੀਆ ਦੇ ਉੱਤੇ ਦੱਸ ਰਹੇ ਨੇ। ਪਹਿਲਾ ਸਵਾਲ ਜਿਹੜਾ ਹੋ ਰਿਹਾ ਐਡਜਸਟਮੈਂਟ ਆਫ ਸਟੇਟਸ ਦੇ ਇੰਟਰਵਿਊ ਦੇ ਵਿੱਚ, ਔਰ ਯਾਦ ਰੱਖਣਾ ਇਹ ਜ਼ਰੂਰੀ ਨਹੀਂ ਕਿ ਸਾਰਿਆਂ ਕੋਲ ਇਹ ਸਵਾਲ ਹੋਣ ਔਰ ਜ਼ਰੂਰੀ ਨਹੀਂ ਕਿ ਹਰ ਇੱਕ ਕੋਲ ਹੀ ਹੋ ਰਹੇ ਨੇ, ਹੋ ਸਕਦਾ ਕਿ ਡਿਫਰੈਂਟ ਸਵਾਲ ਹੋਣ। ਪਹਿਲਾ ਸਵਾਲ ਜਿਹੜਾ ਰਿਪੋਰਟ ਹੋਇਆ ਮੀਡੀਆ ਤੇ, what was your intent when you came to the US with your visa? ਕਿ ਜਦੋਂ ਤੁਸੀਂ ਅਮਰੀਕਾ ਆਏ ਹੋ ਤੁਹਾਡੇ ਆਉਣ ਦੀ ਵਜ੍ਹਾ ਕੀ ਸੀ? ਇਹ ਸਵਾਲ ਹੋ ਰਿਹਾ ਕੀ ਤੁਸੀਂ ਕੀ ਕਰਨਾ ਹੈ ਸੋ ਵੀਜ਼ਾ ਲੈ ਕੇ ਤੁਸੀਂ ਅਮਰੀਕਾ ਕੀ ਕਰਨਾ ਹੈ ਸੋ। ਦੂਸਰਾ ਸਵਾਲ, why did not you just consular process instead of filing AOS ਯਾਨੀ adjustment of status? ਕਿ ਤੁਸੀਂ ਐਡਜਸਟਮੈਂਟ ਆਫ ਸਟੇਟਸ ਕਿਉਂ ਕਰਨਾ ਚਾਹੁੰਦੇ, ਕਿਉਂ ਨਹੀਂ ਤੁਸੀਂ ਵਾਪਸ ਜਾ ਕੇ ਤੇ ਆਪਣੇ ਕੌਂਸਲਰ ਪ੍ਰੋਸੈਸ ਕਰੋ ਯਾਨੀ ਕਿ ਐਮਬੈਸੀ ਦੇ ਥਰੂ ਵੀਜ਼ਾ ਲਵੋ, ਕਿਉਂ ਨਹੀਂ ਤੁਸੀਂ ਕਰ ਰਹੇ? ਇਹਦੀ ਵਜ੍ਹਾ ਸਾਨੂੰ ਦੱਸੋ, ਸਾਨੂੰ ਮੁਤਮਿਨ ਕਰੋ। ਤੀਸਰਾ ਸਵਾਲ, what factors prevented you from consular processing? ਕਿ ਕਿਹੜੀਆਂ ਵਜੂਹਾਤ ਨੇ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੈਨੂੰ ਮਨਾ ਕਰ ਰਹੀਆਂ ਨੇ ਜਾਂ ਤੈਨੂੰ ਰੋਕ ਰਹੀਆਂ ਨੇ ਜਾਂ ਤੇਰੇ ਵਾਸਤੇ ਮਸਲਾ ਬਣ ਰਹੀਆਂ ਨੇ ਕਿ ਤੂੰ ਅੰਬੈਸੀ ਜਾ ਕੇ ਆਪਣੇ ਮੁਲਕ ਦੇ ਵਿੱਚ ਤੇ ਇਹ ਕੌਂਸਲਰ ਪ੍ਰੋਸੈਸ ਕਰ, ਅੰਬੈਸੀ ਦੇ ਥਰੂ ਵੀਜ਼ਾ ਲੈ ਕੇ ਇੱਥੇ ਆਓ, ਕੀ ਵਜੂਹਾਤ ਨੇ? ਇਹ 3 ਸਵਾਲ ਰਿਪੋਰਟ ਹੋਏ ਨੇ ਵਕੀਲਾਂ ਦੇ ਥਰੂ। ਹੁਣ ਦੇਖੋ ਇਹਦੇ 'ਚ ਕਿੰਨੀ ਸੱਚਾਈ ਹੈ ਜਾਂ ਇਹਦੇ ਵਿੱਚ ਕਿੰਨਾ ਸਾਰਿਆਂ ਨੂੰ ਮਿਲਦੇ ਨੇ, ਇਹ ਸਾਰਿਆਂ ਨਾਲ ਇਹ ਸਵਾਲ ਹੁੰਦੇ ਨੇ, ਕੀ ਹੁੰਦਾ ਹੈ ਇਹ ਤੁਹਾਨੂੰ ਅੱਗੇ ਵਕਤ ਹੀ ਦੱਸੇਗਾ। ਲੇਕਿਨ ਜੋ ਮੀਡੀਆ 'ਚ ਰਿਪੋਰਟ ਹੋਇਆ ਮੈਂ ਤੁਹਾਨੂੰ ਦੱਸਦਾ। ਇੱਕ ਵਕੀਲ ਸਾਹਿਬ ਨੇ ਕਿਹਾ ਜੀ ਮੇਰੇ ਕਲਾਇੰਟ ਕੋਲ ਤਾਂ ਸਵਾਲ ਹੀ ਕੋਈ ਨਹੀਂ ਹੋਇਆ ਔਰ ਉਹਨੂੰ ਐਡਜਸਟਮੈਂਟ ਆਫ ਸਟੇਟਸ ਹੋ ਗਿਆ, ਲੇਕਿਨ ਬਾਅਦ 'ਚੋਂ ਗੱਲ ਕੀ ਨਿਕਲੀ ਕਿ ਉਹ ਡਾਕਟਰ ਹੈ ਤੇ ਡਾਕਟਰ ਬੇਸ ਦੇ ਉੱਤੇ ਐਡਜਸਟਮੈਂਟ ਆਫ ਸਟੇਟਸ ਹੋਇਆ। ਇਸ ਵਾਸਤੇ ਉਹ ਤੇ ਹੈ ਹੀ ਐਕਸਟਰਾਆਰਡੀਨਰੀ, ਜ਼ਾਹਿਰ ਹੈ ਤੇ ਮਿਲਣਾ ਹੀ ਮਿਲਣਾ ਸੀ। ਲੇਕਿਨ ਬਾਕੀ ਜਿਹੜਾ ਨਾਰਮਲ ਇਹ ਜਿਹੜੇ ਸਵਾਲ ਹੋਏ ਨੇ ਇਹਨਾਂ ਦਾ ਹੁਣ ਅੱਗੇ ਜਾ ਕੇ ਪਤਾ ਲੱਗੇਗਾ ਔਰ ਜਿਹੜੇ ਲੋਕ ਮੇਰੇ ਨਾਲ ਰਾਬਤੇ 'ਚ ਨੇ ਉਹ ਵੀ ਮੈਨੂੰ ਦੱਸਣਗੇ ਕਿ ਬਈ ਕੀ ਸਾਡਾ ਸਵਾਲ ਹੋ ਰਹੇ ਨੇ, ਕੀ ਹੋ ਰਹੇ ਨੇ। ਅਗਰ ਹੋ ਚੁੱਕੇ ਨੇ ਪਿਛਲੇ 3 ਦਿਨਾਂ 'ਚ ਤੇ ਪਲੀਜ਼ ਮੈਨੂੰ ਦੱਸੋ ਕਮੈਂਟਸ ਦੇ ਵਿੱਚ ਤਾਂ ਕਿ ਦੂਸਰੇ ਲੋਕਾਂ ਦਾ ਵੀ ਫਾਇਦਾ ਹੋਏ। ਦੂਸਰੀ ਖਬਰ ਇਹ ਹੈ ਕਿ ਜਨਾਬ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ $1000 ਤੁਹਾਡੇ ਬੱਚਿਆਂ ਨੂੰ ਦੇਣ ਦਾ ਐਲਾਨ ਕੀਤਾ ਸੀ ਅਕਾਊਂਟ ਖੋਲ ਕੇ, ਉਹਦੀ ਅੱਜ ਐਪ ਲਾਂਚ ਹੋ ਗਈ ਹੈ। ਮੈਂ ਆਪਣੇ ਫੇਸਬੁੱਕ ਦੇ ਉੱਤੇ ਪੇਜ ਦੇ ਉੱਤੇ ਉਹਦੀ ਤਸਵੀਰ ਲਾ ਦਿਆਂਗਾ ਤਾਂ ਕਿ ਤੁਹਾਨੂੰ ਲੱਭਣ ਵਾਸਤੇ ਆਸਾਨੀ ਹੋਵੇ। ਆ ਗਈ ਹੈ ਫੋਨ ਤੇ, ਮੈਂ ਦੇਖ ਲਈ ਹੈ, ਤੁਸੀਂ ਇੰਸਟਾਲ ਕਰ ਸਕਦੇ ਹੋ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਦੀ ਹਿਸਟਰੀ 'ਚ ਪਹਿਲੀ ਦਫਾ ਜਿਹੜੇ ਸੈਕਟਰੀ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ 'ਚ ਇਹਨੂੰ ਕੀਤਾ ਹੈ ਲਾਂਚ, ਇੰਨੀ ਜ਼ਿਆਦਾ ਅਸੀਂ ਫਾਈਨਾਂਸ ਦੀ ਤਾਲੀਮ ਦੇਵਾਂਗੇ ਯਾਨੀ ਕਿ ਇੰਨਾ ਦੱਸਿਆ ਜਾਏਗਾ ਕਿ ਵੀ ਫਾਈਨਾਂਸ ਕੀ ਚੀਜ਼ ਹੈ। ਔਰ ਉਹਨਾਂ ਨੇ ਮੁਖਤਸਰ ਤੌਰ ਤੇ ਦੱਸਿਆ ਕਿ ਵੀ ਇਸ ਐਪ ਦੇ ਵਿੱਚੋਂ ਤੁਸੀਂ ਬੜੀਆਂ ਨਵੀਆਂ ਚੀਜ਼ਾਂ ਸਿੱਖੋਗੇ। ਯਾਦ ਰੱਖੋ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਦੌਰ 'ਚ 2025 ਤੋਂ ਲੈ ਕੇ 2028 ਤੱਕ ਜਿਹੜੇ ਬੱਚੇ ਪੈਦਾ ਹੋਣਗੇ, ਪ੍ਰੈਜ਼ੀਡੈਂਟ ਟਰੰਪ ਆਪਣੇ ਯਾਨੀ ਗੌਰਮੈਂਟ ਵੱਲੋਂ $1000 ਉਸ ਬੱਚੇ ਦੇ ਕੇ ਬੱਚੇ ਦਾ ਅਕਾਊਂਟ ਖੋਲਣਗੇ, ਜਿਹਦੇ 'ਚ ਉਸ ਤੋਂ ਬਾਅਦ ਫਿਰ ਤੁਸੀਂ ਪੈਸੇ ਜਮ੍ਹਾਂ ਕਰਾਓਗੇ। ਉਹ ਮੁਖਤਲਿਫ ਬਿਜ਼ਨਸ ਜਾਂ ਸਟਾਕ 'ਚ ਲੱਗੇਗਾ ਔਰ ਵੱਧਦਾ ਜਾਏਗਾ ਔਰ 18 ਸਾਲ ਦਾ ਬੱਚਾ ਹੋਏਗਾ ਤੇ ਉਹਦੇ ਵਾਸਤੇ ਉਹਦੇ ਅਕਾਊਂਟ 'ਚ ਇੱਕ ਅੱਛੀ ਖਾਸੀ ਰਕਮ ਹੋਏਗੀ। ਜਿਨ੍ਹਾਂ ਨੇ ਇਹਨੂੰ ਅਪਲਾਈ ਨਹੀਂ ਕੀਤਾ ਉਹ ਪਲੀਜ਼ ਅਪਲਾਈ ਕਰ ਲਓ। ਟੈਕਸ ਦੇ ਵਿੱਚ ਆਪਸ਼ਨ ਦਿੱਤੀ ਗਈ ਸੀ ਅਪਲਾਈ ਕਰਨ ਦੀ। ਜਿਨ੍ਹਾਂ ਨੇ ਕਰ ਲਿਆ ਵੈਰੀ ਗੁੱਡ, ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਮੈਂ ਫਾਰਮ ਦਾ ਨੰਬਰ ਦੱਸਿਆ, IRS ਦੀ ਵੈਬਸਾਈਟ ਤੇ ਜਾਣਾ ਹੈ ਔਰ ਉੱਥੇ ਜਾ ਕੇ ਤੁਸੀਂ ਇਹਨੂੰ ਅਪਲਾਈ ਕਰਨਾ ਹੈ। ਐਪ ਨੂੰ ਡਾਊਨਲੋਡ ਕਰ ਲਓ, ਆਪਣੀ ਇਨਫੋਰਮੇਸ਼ਨ ਦਿਓ ਔਰ ਉਹਨੂੰ ਯੂਜ਼ ਕਰੋ। ਇਹ ਹਰ ਉਸ ਬੰਦੇ ਵਾਸਤੇ ਵੇ ਜਿਹਦੇ ਬੱਚੇ 2025 ਤੋਂ 2028 ਦੇ ਦਰਮਿਆਨ ਪੈਦਾ ਹੋਣੇ ਨੇ ਜਾਂ ਪੈਦਾ ਹੋ ਗਏ ਨੇ। ਤੀਸਰੀ ਖਬਰ ਬੜੀ ਪਰੇਸ਼ਾਨ ਕੋਲ ਨੇ। ਤੀਸਰੀ ਖਬਰ ਐਵੇਂ ਕਿ ਜਿਹੜੇ DHS ਦੇ ਸੈਕਟਰੀ ਨੇ ਉਹਨਾਂ ਨੇ ਪਹਿਲੇ ਵੀ ਇਹ ਬਿਆਨ ਦਿੱਤਾ ਸੀ, ਮੈਂ ਵੀਡੀਓ ਬਣਾਈ ਸੀ। ਹੁਣ ਟਿਊਜ਼ਡੇ ਦੀ ਸ਼ਾਮ ਨੂੰ ਵੀ ਇਹ ਬਿਆਨ ਦਿੱਤਾ ਤੇ ਅੱਜ ਥਰਸਡੇ ਦੀ ਸਵੇਰ ਵੀ ਉਹਨਾਂ ਨੇ ਇਹ ਬਿਆਨ ਦਿੱਤਾ। ਉਹ ਬਿਆਨ ਕੀ ਹੈ? ਉਹ ਕਹਿ ਰਹੇ ਨੇ ਕਿ ਇਹ ਜਿਹੜੇ ਸ਼ਹਿਰਾਂ ਦੇ ਨਾਮ ਮੈਂ ਅੱਗੇ ਜਾ ਕੇ ਦੱਸਾਂਗਾ, ਇਹ ਮੇਰੇ ਨਾਲ ਤਾਵਨ ਨਹੀਂ ਕਰ ਰਹੇ ਯਾਨੀ ਆਈਸ ਨਾਲ ਤਾਵਨ ਨਹੀਂ ਕਰ ਰਹੇ, ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਨਾਲ ਤਾਵਨ ਨਹੀਂ ਕਰ ਰਹੇ ਬੰਦੇ ਫੜਨ 'ਚ, ਇਲੀਗਲ ਨੂੰ ਫੜਨ 'ਚ, ਡਿਪੋਰਟ ਕਰਨ 'ਚ, ਆਪਣੀਆਂ ਜੇਲ੍ਹਾਂ ਤੱਕ ਸਾਨੂੰ ਰਸਾਈ ਨਹੀਂ ਦੇ ਰਹੇ, ਸਾਨੂੰ ਮੁਖਤਲਿਫ ਚੀਜ਼ਾਂ 'ਚ ਰਸਾਈ ਨਹੀਂ ਦੇ ਰਹੇ, ਸਾਡੀ ਹੈਲਪ ਨਹੀਂ ਕਰ ਰਹੇ। ਇਹਦੇ ਨਤੀਜੇ 'ਚ ਮੈਂ ਕੀ ਕਰਨਾ ਹੈ ਇਹ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਹੈ, ਪਹਿਲੇ ਵੀ ਦਿੱਤੀ ਹੈ, ਅੱਜ ਫਿਰ ਦੇ ਦਿੱਤੀ ਹੈ ਕਿ ਮੈਂ ਇਹ ਸ਼ਹਿਰਾਂ ਦੇ ਵਿੱਚ ਜਿਹੜੇ ਜਹਾਜ਼ ਇੰਟਰਨੈਸ਼ਨਲ ਆਉਂਦੇ ਨੇ, ਫਲਾਈਟਾਂ ਆਉਂਦੀਆਂ ਨੇ, ਉਹਨਾਂ ਦੀ ਇਮੀਗ੍ਰੇਸ਼ਨ ਖਤਮ ਕਰ ਦਿਆਂਗਾ। ਇਮੀਗ੍ਰੇਸ਼ਨ ਉਹ ਅਖਤਿਆਰ ਉਹਨਾਂ ਕੋਲ ਹੈ ਕਿਉਂਕਿ ਇਹ ਫੈਡਰਲ ਦਾ ਕੰਮ ਹੈ ਇਮੀਗ੍ਰੇਸ਼ਨ। ਅਗਰ ਉਹ ਆਪਣੇ ਉੱਥੋਂ ਸਟਾਫ ਵਾਪਸ ਬੁਲਾ ਲੈਣ
ਉਸ ਸ਼ਹਿਰ 'ਚ ਇਮੀਗ੍ਰੇਸ਼ਨ ਹੀ ਨਹੀਂ ਹੋਏਗੀ। ਜਦੋਂ ਇਮੀਗ੍ਰੇਸ਼ਨ ਨਹੀਂ ਹੋਏਗੀ ਤੇ ਹਿਸਾਬ ਲਾਓ ਉਹਦਾ ਕਿੰਨਾ ਵੱਡਾ ਮਸਲਾ ਬਣੇਗਾ। ਫਿਰ ਮੈਂ ਸ਼ਹਿਰਾਂ ਦੇ ਨਾਂ ਦੱਸਾਂਗਾ, ਤੁਹਾਨੂੰ ਫਿਰ ਮਜ਼ੀਦ ਪਤਾ ਲੱਗੇਗਾ ਕਿ ਯਾਰ ਇਹ ਤੇ ਬਹੁਤ ਹੀ ਵੱਡਾ ਮਸਲਾ ਬਣਨਾ। ਦੇਖੋ ਉਸ ਸ਼ਹਿਰ 'ਚ ਇਮੀਗ੍ਰੇਸ਼ਨ ਨਹੀਂ ਹੋਈ ਜਾਣੀ, ਇਹਦਾ ਮਤਲਬ ਇਮੀਗ੍ਰੈਂਟਸ ਨਹੀਂ ਆਉਣਗੇ, ਫਲੈਟਾਂ ਨਹੀਂ ਆਉਣਗੀਆਂ, ਸ਼ਹਿਰ ਦੀ ਇਕਾਨਮੀ ਡੁੱਬ ਗਈ। ਆਪਣਾ ਫਲੈਟਾਂ ਤੋਂ ਡੁੱਬੇਗੀ, ਫਿਰ ਉਸ ਤੋਂ ਬਾਅਦ ਰੈਸਟੋਰੈਂਟ, ਹੋਟਲਸ, ਹਰ ਚੀਜ਼, ਅਮਿਊਜ਼ਮੈਂਟ, ट्रैवल, हर चीज उस शहर का डुबना शुरू हो जाएगा। डुबन तो मुराद है कि नुकसान होना शुरू हो जाएगा। और जो इमिग्रेंट्स का नुकसान होना है या जो ट्रैवलर का नुकसान होना है वह तो कोई शुमार ही नहीं। जाहिर है कि हुण एक शहर तुसीं जाना है, उत्थे फ्लाइट नहीं जा रही, तुहानूं दूजे शहर जाना पेगा, उत्तों फिर लोकल फ्लाइट लैके आओगे, खर्चे वधणगे, सिस्टम वधणगे, टाइम लगेगा। और उस शहरां च जिहड़े दूजे शहरां च तुसीं जाओगे उत्थे इमिग्रेशन का रश पेगा, मतलब कि मसाइल ही मसाइल खड़े होणगे। हुण देखो कि की रिजल्ट निकलदा। जिहड़े शहर दस्से ने वो जरा सुन लो, न्यूयॉर्क, न्यू जर्सी, उस तो बाद जनाबे वाला उन्होंने क्या है फिली, लॉस एंजलस, सैन फ्रांसिस्को, बॉस्टन, ए मोटे मोटे शहर ने, होर भी शहर ने इहो जे। और उन्होंने नाले भी किया कि मेरे दफ्तर ने पूरा नक्शा ड्रा कर लिया, पूरा सिस्टम बना लिया, पूरा प्लान कर लिया कि किस तरह असीं इहनूं इंप्लीमेंट करना है। और स्टार्ट हो सकता है कि मैं न्यूयॉर्क तो करा। यह एक बड़ी मतलब परेशानी वाली गल है। दुआ करो कि उस तो पहले यह मामला हल हो जाए, नहीं तो फिर बहुत ज्यादा टेंशन बदलणगीਆਂ। ਇਹ ਅੱਜ ਤੱਕ ਦੀਆਂ 3 ਖਬਰਾਂ ਸਨ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।